ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਦੇ ਰਾਹੀਂ ਅਸੀਂ ਫਿਰ ਤੋਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਔਰ ਉਮੀਦ ਕਰਦੇ ਹਾਂ ਕਿ ਪਰਮਾਤਮਾ ਵਾਹਿਗੁਰੂ ਦੀ ਮਿਹਰ ਦੇ ਨਾਲ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ। ਔਰ ਰੋਜ਼ਾਨਾ ਦੀ ਤਰ੍ਹਾਂ ਅੱਜ ਆਪਾਂ ਸ਼ਬਦ ਦੀ ਵਿਚਾਰ ਸਰਵਣ ਕਰਾਂਗੇ ਭਾਈ ਸਾਹਿਬ ਭਾਈ ਪਰਵਿੰਦਰ ਸਿੰਘ ਜੀ ਹੋਣਾ ਪਾਸੋਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੋ ਕੋ ਅਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। दर्शन परसिए गुरु के जन्म मरण दुख जाए। गौड़ी पूर्वी महला पंजवा। मेरे मन शरण प्रभु सुख पाए। जा दिन विसरै प्राण सुख दाता। सो दिन जात अजाए रहाओ। मेरे मन शरण प्रभु सुख पाए। जा दिन बिसरै प्राण सुख दाता। सो दिन जात अजाए रहाओ। एक रैन के पौन तुम आए। बहु जुगास बधाए। ग्रह मंदर संपै जो दिसै। जो तरवर की छाए। तन मेरा संपै सब मेरी। बाग मिलक सब जाए। देवनहारा बिसर्यो ठाकुर। खिन में होत पराए। पहरे बागा कर इश्नाना। जो आ चंदन लाए। निरपौ निरंकार नहीं चीन्या। जो हस्ती नावाए। जो होए कृपाल ता सतगुरु मेले। सब सुख हर के नाए। मुकत पया बंधन गुर खोले। जन नानक हर गुण गाए। वाहिगुरु जी का खालसा वाहिगुरु जी की फतेह। ये पावन पवित्र शब्द जो अज असी विचार गोचरे लिया है गौड़ी राग दे अंदर गुरु ग्रंथ साहब महाराज के अंदर पन्ना नंबर 212 उपर शोभायमान है। बचन गुरु अर्जन देव महाराज के उच्चारण किए हुए हैं। गुरु पातशाह शब्द की राह वाली पंक्तियां दे विच सानू समझाते हैं। मेरे मन शरण प्रभु सुख पाए। हे मेरे मन तू प्रभु की शरण विच आ जा। जिस वेले तू प्रभु की शरण विच आएगा होएगा कि तेनू सुख की प्राप्ति होएगी। एक गल चेते रखी, जिस दिन परमात्मा तेरी याद चो विसर गया, परमात्मा तेरे तो दूर हो गया, वो दिन अजाई चला जाता है, वो दिन व्यर्थ चला जाता है। गुरु अर्जन देव महाराज बयान करते हैं, जा दिन विसरै प्राण सुख दाता। जिस दिन मेरा प्यारा प्रीतम, प्राणा तो प्यारा प्रीतम मेरी याद चो ओले हो जाता है। जिस दिन विसरै प्राण सुख दाता। सो दिन जात अजाए। वो दिन मेरा व्यर्थ चला जाता है, किसी काम का नहीं होता। ऐ मेरे परमात्मा तू मेरी हिरदे दियां सेजां दे उपर वसिया रहो। तू मेरी हिरदे दियां सेजां ते रहो। हर पल मैं तेनू याद करता रहा। गुरु पातशाह ने दो अवस्था का जिक्र किया है इस शब्द दे विच। एक अवस्था वो है जिथे असी खड़े हुए हाँ, ते एक अवस्था वो है जिथे गुरु पातशाह सानू लैके जाना चाहते हैं। गुरु पातशाह ने सोरठ राग दे विच गुरु अर्जन देव महाराज ने बयान किया है। गुरु अर्जन देव महाराज कहते, प्रभ की शरण सगल पै लाथे।
ਦੁੱਖ ਬਿਨ ਸੇ ਸੁਖ ਪਾਇਆ। ਪ੍ਰਭੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਹੋਏਗਾ ਬੰਦੇ, ਜਿਸ ਵੇਲੇ ਤੂੰ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਏਗਾ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਤੇਰੇ ਸਾਰੇ ਦੁੱਖ ਸਾਰੀਆਂ ਚਿੰਤਾਵਾਂ ਗੁਰੂ ਹਰ ਲਏਗਾ। ਕਿਉਂਕਿ ਗੁਰੂ ਨੂੰ ਤੇਰੀ ਚਿੰਤਾ ਹੈ। ਜਿਸ ਤਰ੍ਹਾਂ ਇੱਕ ਪਿਤਾ ਆਪਣੇ ਪੁੱਤਰ ਦੀ ਫਿਕਰ ਕਰਦਾ, ਚਿੰਤਾ ਕਰਦਾ, ਪੁੱਤਰ ਨੂੰ ਕੋਈ ਦੁੱਖ ਲੱਗਣ ਨਹੀਂ ਦਿੰਦਾ, ਇਸ ਤਰ੍ਹਾਂ ਪਰਮ ਪਿਤਾ ਪਰਮਾਤਮਾ ਹਰ ਵੇਲੇ ਸਾਡੀ ਰੱਖਿਆ ਕਰਦਾ ਹੈ। ਉਸ ਨੂੰ ਸਾਡੀ ਚਿੰਤਾ ਹੈ, ਉਸ ਨੂੰ ਸਾਡਾ ਫਿਕਰ ਹੈ, ਉਹ ਸਾਡੇ ਲਈ ਵਰੀ ਹੈ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਹੋਏਗਾ ਕਿ ਦੁੱਖ ਬਿਨ ਸੇ ਸੁਖ ਪਾਇਆ। ਤੇਰੇ ਦੁੱਖ ਦੂਰ ਹੋ ਜਾਣਗੇ, ਤੇਰੇ ਦੁੱਖ ਖਤਮ ਹੋ ਜਾਣਗੇ ਤੇ ਤੈਨੂੰ ਸੁਖ ਦੀ ਪ੍ਰਾਪਤੀ ਹੋਏਗੀ। ਤੇਰਾ ਜੀਵਨ ਆਨੰਦ ਦੇ ਅੰਦਰ ਬਤੀਤ ਹੋਏਗਾ, ਤੇਰਾ ਜੀਵਨ ਖੇੜੇ ਦੇ ਅੰਦਰ ਬਤੀਤ ਹੋਏਗਾ। ਪਰ ਸ਼ਰਤ ਹੈ, ਗੁਰੂ ਪਾਤਸ਼ਾਹ ਨੇ ਨਾਲ ਸ਼ਰਤ ਲਾਈ। ਉਹ ਸ਼ਰਤ ਕੀ ਹੈ? ਗੁਰੂਦੇਵ ਮਹਾਰਾਜ ਬਿਆਨ ਕਰਦੇ, ਗੁਰੂ ਅਰਜਨ ਦੇਵ ਪਾਤਸ਼ਾਹ, ਟੋਡੀ ਰਾਗ। ਸਤਿਗੁਰ ਆਇਓ ਸ਼ਰਨ ਤੁਹਾਰੀ, ਐ ਮੇਰੇ ਮਾਲਕ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ, ਮੇਰੀ ਰੱਖਿਆ ਕਰ, ਮੇਰੀ ਪੱਤ ਰੱਖ, ਮੇਰੀ ਲਾਜ ਰੱਖ। ਸਤਿਗੁਰ ਆਇਓ ਸ਼ਰਨ ਤੁਹਾਰੀ, ਕਹਿੰਦੇ ਤੈਨੂੰ ਮਿਲੇਗਾ ਕੀ ਜਿਸ ਵੇਲੇ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆਏਗਾ। ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਕਹਿੰਦੇ ਤੈਨੂੰ ਪ੍ਰਮਾਤਮਾ ਦਾ ਨਾਮ ਮਿਲੇਗਾ, ਸੁਖ ਮਿਲੇਗਾ, ਸਹਿਜ ਮਿਲੇਗਾ। ਮਿਲੇ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਏ ਹਮਾਰੀ। ਤੇਰੇ ਸਾਰੇ ਫਿਕਰ, ਸਾਰੇ ਝੋਰੇ, ਸਾਰੀਆਂ ਚਿੰਤਾਵਾਂ ਗੁਰੂ ਹਰ ਲਏਗਾ। ਪਰ ਸ਼ਰਤ ਹੈ, ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ। ਸਿੱਖ ਇਤਿਹਾਸ ਇਸ ਗੱਲ ਦਾ ਹਾਮੀ ਹੈ। ਭਾਈ ਲਹਿਣਾ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਇਆ, ਪਰ ਜਿਸ ਵੇਲੇ ਸ਼ਰਨ ਦੇ ਵਿੱਚ ਆਇਆ, ਉਸਨੇ ਸਮਰਪਣ ਨਹੀਂ ਕੀਤਾ। ਉਸਨੇ ਗੁਰੂ ਨਾਨਕ ਪਾਤਸ਼ਾਹ ਨੂੰ ਆਤਮ ਸਮਰਪਣ ਕੀਤਾ। ਗੁਰੂ ਨਾਨਕ ਸਾਹਿਬ ਦੇ ਅੱਗੇ ਸ਼ੀਸ਼ ਝੁਕਾਇਆ, ਆਪਣੀ ਮਤ ਦਾ ਤਿਆਗ ਕੀਤਾ, ਗੁਰੂ ਦੀ ਮਤ ਨੂੰ ਗ੍ਰਹਿਣ ਕੀਤਾ। ਤੇ ਆਤਮ ਸਮਰਪਣ ਕਿਹਨੂੰ ਕਹਿੰਦੇ ਨੇ? ਭਾਈ ਲਹਿਣੇ ਦੇ ਜੀਵਨ ਤੋਂ ਇੱਕ ਬਹੁਤ ਵੱਡੀ ਸਿੱਖਿਆ ਸਾਨੂੰ ਮਿਲਦੀ ਹੈ। ਜਿਸ ਵੇਲੇ ਰਾਤ ਪਈ ਹੈ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਕਈ ਸਿੱਖਾਂ ਕੋਲੋਂ ਪੁੱਛਿਆ, ਦੱਸੋ ਰਾਤ ਕਿੰਨੀ ਬੀਤ ਗਈ, ਕਿੰਨੀ ਬਾਕੀ ਹੈ? ਕਿਸੇ ਨੇ ਕਿਹਾ ਸੱਚੇ ਪਾਤਸ਼ਾਹ 3 ਪਹਿਰ ਰਾਤ ਦੇ ਬੀਤ ਗਏ ਨੇ। ਦੂਜੇ ਨੂੰ ਬੁਲਾਇਆ, ਉਹਨੇ ਕਿਹਾ ਸੱਚੇ ਪਾਤਸ਼ਾਹ 2.5 ਪਹਿਰ ਰਾਤ ਦੇ ਬੀਤ ਗਏ ਨੇ। ਤੀਜੇ ਨੂੰ ਬੁਲਾਇਆ, ਉਹ ਕਹਿਣ ਲੱਗਾ ਚੰਦ ਤਾਂ ਸਹੀ ਹੈ, ਤਾਰੇ ਤਾਂ ਸਹੀ ਚਮਕਦੇ ਪਏ ਨੇ, ਅੱਜ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਹੋ ਗਿਆ? ਕਹਿਣ ਲੱਗਾ ਸੱਚੇ ਪਾਤਸ਼ਾਹ 3 ਪਹਿਰ ਰਾਤ ਦੇ ਬੀਤ ਗਏ ਨੇ, ਬਾਕੀ ਰਾਤ ਬਾਕੀ ਹੈ। ਭਾਈ ਲਹਿਣਾ ਨੂੰ ਕੋਲ ਬੁਲਾਇਆ, ਜਿਸਨੇ ਆਤਮ ਸਮਰਪਣ ਕੀਤਾ, ਜਿਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੇ ਜੀਵਨ ਨੂੰ ਸੌਂਪਿਆ। ਭਾਈ ਲਹਿਣਾ ਨੂੰ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਸਵਾਲ ਕੀਤਾ, ਲਹਿਣਿਆ ਦੱਸ ਰਾਤ ਕਿਤਨੀ ਬਾਕੀ ਹੈ, ਕਿੰਨੀ ਬੀਤ ਗਈ ਹੈ? ਤੇ ਭਾਈ ਲਹਿਣਾ ਦੋਨੋਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਅੱਗੇ ਖੜਾ ਹੁੰਦਾ ਹੈ ਤੇ ਕਹਿੰਦਾ ਸੱਚੇ ਪਾਤਸ਼ਾਹ ਲਹਿਣਾ ਕੀ ਜਾਣੇ ਰਾਤ ਕਿਤਨੀ ਬੀਤ ਗਈ, ਕਿਤਨੀ ਬਾਕੀ ਹੈ। ਕਰਤਾਰ ਦੀ ਰਜ਼ਾ ਵਿੱਚ ਜੋ ਬੀਤ ਗਈ ਸੋ ਬੀਤ ਗਈ, ਜੋ ਬਾਕੀ ਹੈ ਉਹ ਬਾਕੀ ਹੈ। ਇਹ ਲਹਿਣੇ ਦਾ ਆਤਮ ਸਮਰਪਣ ਸੀ ਤੇ ਗੁਰੂ ਪਾਤਸ਼ਾਹ ਨੇ ਇਸ ਗੱਲ ਨੂੰ ਬਿਆਨ ਕਰਤਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੀ ਇਹ ਗੱਲ ਸਮਝਾਤੀ। ਸ਼ਲੋਕ ਮਹਲੇ 9 ਆਪਾਂ ਪੜ੍ਹਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਿਆਨ ਕਰਦੇ ਹਨ, ਕਹਿੰਦੇ ਜੋ ਸੁਖ ਕੋ ਚਾਹੇ ਸਦਾ, ਕਹਿੰਦੇ ਤੂੰ ਸਦਾ ਕੰਟੀਨਿਊ ਆਲਵੇਜ਼, ਇੱਕ ਦਿਨ ਦੀ ਗੱਲ ਨਹੀਂ, 2 ਦਿਨ ਦੀ ਗੱਲ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਤੂੰ ਚਾਹੁੰਦਾ ਨਾ ਤੇਰੀ ਜ਼ਿੰਦਗੀ 'ਚ ਸੁਖ ਬਣਿਆ ਰਹੇ, ਕਹਿੰਦੇ ਸੁਣ ਫਿਰ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਕਹਿੰਦੇ ਜੇ ਤੂੰ ਸੁਖ ਚਾਹੁੰਦਾ, ਮੈਂ ਤੈਨੂੰ ਫਾਰਮੂਲਾ ਦੱਸ ਦਿੰਦਾ। ਕਹਿੰਦੇ ਤੂੰ ਰਾਮ ਦੀ ਸ਼ਰਨ 'ਚ ਆ ਜਾ, ਪ੍ਰਭੂ ਦੀ ਸ਼ਰਨ 'ਚ ਆ ਜਾ, ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾ। ਕਹਿੰਦੇ ਹੋਏਗਾ ਕੀ? ਕਹਿੰਦੇ ਕਿਉਂ? ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇ। ਕਹਿੰਦੇ ਹੇ ਮਨ ਸੁਨ, ਕਿਉਂਕਿ ਇਹ ਮਨੁੱਖਾ ਜਨਮ ਬੜਾ ਹੀ ਦੁਰਲਭ ਹੈ।
ਕਈ ਜੂਨਾਂ ਵਿੱਚ ਭਟਕਣ ਤੋਂ ਬਾਅਦ ਤੈਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਕਈ ਜਨਮ ਤੂੰ ਕੀਟ ਪਤੰਗਾ ਬਣ ਕੇ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ। ਕਈ ਜਨਮ ਹਾਥੀ ਵਰਗੀਆਂ ਜੂਨਾਂ ਚ ਰਿਹਾ। ਕਈ ਜਨਮ ਪੰਛੀ ਬਣ ਕੇ ਤੂੰ ਆਪਣਾ ਜੀਵਨ ਬਤੀਤ ਕੀਤਾ। ਕਈ ਜਨਮ ਘੋੜਿਆਂ ਵਰਗੀਆਂ ਜੂਨਾਂ ਚ ਰਿਹਾ। ਕਈ ਜਨਮ ਵਿਰਖ ਬਣ ਕੇ ਖੜਿਆ ਰਿਹਾ। ਕਈ ਜਨਮ ਪਹਾੜਾਂ ਵਰਗੀਆਂ ਜੂਨਾਂ ਚ ਖੜਿਆ ਰਿਹਾ। ਹੁਣ ਤੈਨੂੰ ਇਹ ਮਨੁੱਖਾ ਜਨਮ ਮਿਲਿਆ, ਇਸ ਨੂੰ ਗੁਰੂ ਦੀ ਸ਼ਰਨ ਦੇ ਵਿੱਚ ਬਤੀਤ ਕਰ। ਗੁਰੂ ਪਾਤਸ਼ਾਹ ਬਿਆਨ ਕਰਦੇ ਹਨ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਵਰਿਆ, ਕਹਿੰਦੇ ਮਿਲ ਜਗਦੀਸ਼ ਮਿਲਨ ਕੀ ਵਰਿਆ। ਇਹ ਤੇਰੀ ਵਾਰੀ ਹੈ, ਇਹ ਤੇਰਾ ਅਵਸਰ ਹੈ। ਜਿਵੇਂ ਇੱਕ ਪਿਤਾ ਆਪਣੇ ਪੁੱਤਰ ਨੂੰ ਕਹਿੰਦਾ, ਬੇਟਾ ਜਵਾਨ ਹੋ ਗਿਆ, ਦੁਕਾਨ ਤੇ ਬਹਿਣਾ ਸ਼ੁਰੂ ਕਰਤਾ, ਇਹ ਤੇਰਾ ਅਵਸਰ ਹੈ, ਮਾਲ ਹੈ 4 ਪੈਸੇ, ਜਵਾਨੀ ਦੇ ਦਿਨ ਨੇ, ਇਹ ਸਮਾਂ ਮੁੜ ਕੇ ਨਹੀਂ ਲੱਭਣਾ, ਇਹ ਸਮਾਂ ਆਇਆ। ਇਸ ਤਰ੍ਹਾਂ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਕਹਿੰਦੇ ਹਨ, ਬੱਦਿਆ ਇਹ ਜੀਵਨ ਤੇਰਾ ਅਵਸਰ ਹੈ, ਜਨਮ ਤੇਰੇ ਹੱਥ ਨਹੀਂ, ਜਨਮ ਪਰਮਾਤਮਾ ਦੇ ਹੱਥ ਹੈ। ਕਈ ਮਾਤਾ ਦੇ ਗਰਭ ਦੇ ਵਿੱਚ ਹੀ ਗਲ ਜਾਂਦੇ ਹਨ। ਕਹਿੰਦੇ ਮੌਤ ਤੇਰੇ ਹੱਥ ਨਹੀਂ, ਮੌਤ ਕਿਸ ਤਰ੍ਹਾਂ ਆਣੀ ਹੈ, ਮੌਤ ਪਰਮਾਤਮਾ ਦੇ ਹੱਥ ਹੈ। ਪਰ ਜਨਮ ਤੇ ਮੌਤ ਦੇ ਵਿਚਕਾਰ ਦਾ ਸਮਾਂ ਜਿਹੜਾ, ਜਿਹਨੂੰ ਅਸੀਂ ਜੀਵਨ ਕਹਿੰਦੇ ਆ, ਜੀਵਨ ਦਾ ਸਮਾਂ, ਗੁਰੂ ਪਾਤਸ਼ਾਹ ਕਹਿੰਦੇ ਇਹ ਮੈਂ ਤੈਨੂੰ ਬਖਸ਼ਿਸ਼ ਕਰ ਰਿਹਾ, ਇਹਨੂੰ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਬਤੀਤ ਕਰ, ਗੁਰੂ ਦੇ ਗੁਣ ਆਪਣੇ ਜੀਵਨ ਚ ਵਸਾ ਕੇ ਬਤੀਤ ਕਰ। ਕਹਿੰਦੇ ਕਿਉਂ? ਕਹਿੰਦੇ ਇਹ ਤੇਰੀ ਬਾਰੀ ਹੈ, ਇਹ ਤੇਰਾ ਅਵਸਰ ਹੈ। ਮਿਲ ਜਗਦੀਸ਼ ਮਿਲਨ ਕੀ ਬਰਿਆ, ਚਿਰੰਕਾਲ ਇਹਦੇ ਸਿੰਜਰੀਆ। ਕਹਿੰਦੇ ਬਹੁਤ ਲੰਬਾ ਸਮਾਂ ਲੱਗਿਆ ਤੇਰੀ ਇਸ ਦੇਹ ਨੂੰ ਸਿੰਜਰਨ ਚ, ਕਈ ਜੂਨਾਂ ਦੇ ਵਿੱਚੋਂ ਤੂੰ ਲੰਘ ਕੇ ਆਇਆ। ਕਹਿੰਦੇ ਚੇਤਾ ਰੱਖ, ਤੂੰ ਸੁਖ ਚਾਹੁੰਦਾ, ਤੈਨੂੰ ਮੈਂ ਫਾਰਮੂਲਾ ਦੱਸ ਦੇਣਾ। ਗੁਰੂ ਪਾਤਸ਼ਾਹ ਕਹਿੰਦੇ ਸਰਬ ਸੁਖਾਂ ਸੁਖ ਸਾਚਾ ਏ, ਕਹਿੰਦੇ ਸਾਰਿਆਂ ਸੁੱਖਾਂ ਨਾਲੋਂ ਸੱਚਾ ਸੁੱਖ ਕੀ ਹੈ? ਗੁਰੂ ਉਪਦੇਸ਼ ਮਨੇ ਮੈਲੇ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲੈ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਹੁਕਮ ਨੂੰ ਆਪਣੇ ਜੀਵਨ ਦੇ ਅੰਦਰ ਵਸਾ ਲੈ। ਗੁਰੂ ਦੀ ਗੱਲ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ। ਜੀਵਨ ਕੈਸਾ ਹੋਵੇ? ਗੁਰੂ ਪਾਤਸ਼ਾਹ ਕਹਿੰਦੇ ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਜਿਹੜੀ ਗੱਲ ਮੇਰੇ ਗੁਰੂ ਨੇ ਕਹੀ ਹੈ, ਉਸ ਗੱਲ ਦੇ ਉੱਪਰ ਮੈਂ ਪਹਿਰਾ ਦਿਆਂ। ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਕਹਿੰਦੇ ਕਰ ਕੀ? ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ। ਕਹਿੰਦੇ ਆਪਣੇ ਮਨ ਦੀਆਂ ਮਚਾਈਆਂ ਹੋਈਆਂ ਇੰਦਰੀਆਂ ਦੇ ਉੱਪਰ ਕਾਬੂ ਪਾ। ਮੇਰਾ ਮਨ ਇਹ ਕਹਿੰਦਾ, ਕਹਿੰਦਾ ਇਹ ਕਹਿਣਾ ਛੱਡ ਦੇ। ਗੁਰੂ ਕੀ ਕਹਿੰਦਾ? ਇਸ ਗੱਲ ਨੂੰ ਆਪਣੇ ਜੀਵਨ ਦੇ ਅੰਦਰ ਗ੍ਰਹਿਣ ਕਰ। ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ। ਕਹਿੰਦੇ ਜਿਸ ਵੇਲੇ ਦੂਜੇ ਭਾਉ ਵਿਸਾਰ ਦੇਗਾ, ਮਨ ਦੀ ਸੁਣਨਾ ਬੰਦ ਕਰ ਦੇਗਾ, ਫਿਰ ਕੀ ਹੋਏਗਾ? ਇਹੋ ਪਾਵੇ ਹਰ ਦਰ ਸਾਵੜਾ। ਕਹਿੰਦੇ ਇਸ ਤਰ੍ਹਾਂ ਤੈਨੂੰ ਪਰਮਾਤਮਾ ਦਾ ਦਰ ਲੱਭ ਪਏਗਾ। ਇਹੋ ਪਾਵੇ ਹਰ ਦਰ ਸਾਵੜਾ, ਨਾ ਲੱਗੇ ਤਤੀ ਵਾਓ ਜੀਓ। ਕਹਿੰਦੇ ਤੈਨੂੰ ਤਤੀ ਵਾਹ ਵੀ ਨਹੀਂ ਲੱਗ ਸਕਦੀ। ਪਰ ਹੁੰਦਾ ਕੀ ਹੈ? ਬੰਦਾ ਆਪਣੇ ਮਨ ਦੀ ਸੁਣਦਾ, ਗੁਰੂ ਦੀ ਨਹੀਂ ਸੁਣਦਾ। ਕੁਝ ਗੁਰਮੁਖ ਪਿਆਰੇ ਬੈਠੇ ਹੋਏ ਸਨ, ਇੱਕ ਬੰਦਾ ਮੱਝ ਲੈ ਕੇ ਲੰਘਿਆ, ਸੰਗਲ ਉਹਨੇ ਹੱਥ 'ਚ ਫੜਿਆ ਹੋਇਆ, ਤੇ ਉਹ ਸਵਾਲ ਕਰਦੇ ਨੇ, ਕਹਿੰਦੇ ਦੱਸੋ ਬੰਦਾ ਮੱਝ ਲੈ ਕੇ ਜਾ ਰਿਹਾ ਹੈ ਜਾਂ ਮੱਝ ਬੰਦੇ ਨੂੰ ਲੈ ਕੇ ਜਾ ਰਹੀ ਹੈ? ਉਹ ਕਹਿਣ ਲੱਗੇ ਬੰਦੇ ਨੇ ਸੰਗਲ ਫੜਿਆ, ਬੰਦਾ ਅੱਗੇ ਅੱਗੇ, ਮੱਝ ਪਿੱਛੇ ਪਿੱਛੇ ਹੈ, ਬੰਦਾ ਮੱਝ ਲੈ ਕੇ ਜਾ ਰਿਹਾ। ਤੇ ਗੁਰਮੁਖ ਪਿਆਰੇ ਕਹਿਣ ਲੱਗੇ ਜੇ ਇਸ ਮੱਝ ਦਾ ਸੰਗਲ ਬੰਦੇ ਦੇ ਹੱਥ 'ਚ ਛੁੱਟ ਜਾਏ ਫਿਰ ਕੀ ਹੋਏਗਾ? ਕਹਿੰਦੇ ਫਿਰ ਮੱਝ ਅੱਗੇ ਅੱਗੇ ਦੌੜੇਗੀ ਤੇ ਬੰਦਾ ਪਿੱਛੇ ਪਿੱਛੇ ਦੌੜੇਗਾ। ਕਹਿੰਦੇ ਬਸ ਇਹੀ ਜੀਵਨ ਦੀ ਖੇਡ ਹੈ, ਇਹੀ ਜੀਵਨ ਦੀ ਗੱਲ ਹੈ। ਜਦ ਤੱਕ ਬੰਦੇ ਨੇ ਮਨ ਦੀ ਰੱਸੀ ਨੂੰ ਫੜਿਆ ਹੋਇਆ, ਸੰਗਲ ਨੂੰ ਫੜਿਆ ਹੋਇਆ, ਫਿਰ ਬੰਦਾ ਅੱਗੇ ਅੱਗੇ ਚੱਲਦਾ, ਮਨ ਪਿੱਛੇ ਪਿੱਛੇ ਚੱਲਦਾ। ਪਰ ਜਿਸ ਵੇਲੇ ਬੰਦਾ ਮਨੁੱਖ ਆਪਣੇ ਇਸ ਮਨ ਦੇ ਸੰਗਲ ਨੂੰ ਛੱਡ ਦਿੰਦਾ, ਫਿਰ ਮਨ ਅੱਗੇ ਅੱਗੇ ਦੌੜਦਾ ਹੈ
ਤੇ ਬੰਦਾ ਉਹਦੇ ਪਿੱਛੇ ਪਿੱਛੇ ਦੌੜਦਾ ਹੈ, ਆਪਣੇ ਮਨ ਦੀ ਸੁਣਦਾ ਹੈ, ਗੁਰੂ ਦੀ ਨਹੀਂ ਸੁਣਦਾ। ਪਰ ਗੁਰਦੇਵ ਪਿਤਾ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਹਨ, ਕਹਿੰਦੇ ਸਰਬ ਸੁਖਾਂ ਸੁਖ ਸਾਚਾ ਏ, ਗੁਰ ਉਪਦੇਸ਼ ਮਨੇ ਮੇਲੇ। ਤੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ। ਗੁਰੂ ਪਾਤਸ਼ਾਹ ਨੇ ਜਿੱਥੇ ਇਹ ਗੱਲ ਸਮਝਾਈ, ਗੁਰੂ ਪਾਤਸ਼ਾਹ ਕਹਿੰਦੇ ਕੇਵਲ ਸੁਣਨਾ ਨਹੀਂ ਹੈ, ਕੇਵਲ ਗਾਣਾ ਨਹੀਂ ਹੈ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ, ਜਿਹਨੂੰ ਅਸੀਂ ਰੋਜ਼ਾਨਾ ਨਿਤਨੇਮ ਦੀ ਬਾਣੀ ਵਿੱਚ ਪੜ੍ਹਦੇ ਹਾਂ, ਸਾਡੇ ਜੀਵਨ ਦਾ ਅੰਗ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬੜੀ ਖੂਬਸੂਰਤ ਬਾਤ ਕਹੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗਾਵੀਏ ਸੁਣੀਏ ਮਨ ਰੱਖੀਏ ਭਾਉ। ਕਹਿੰਦੇ ਗਾਵੀਏ, ਕਹਿੰਦੇ ਗਾਣਾ ਹੈ, ਸੁਣੀਏ ਸੁਣਨਾ ਹੈ। ਕਹਿੰਦੇ ਕੇਵਲ ਗਾਣਾ ਨਹੀਂ ਹੈ, ਸੁਣਨਾ ਨਹੀਂ ਹੈ, ਇਹਨੂੰ ਗਾਣ ਤੋਂ ਬਾਅਦ, ਸੁਣਨ ਤੋਂ ਬਾਅਦ ਇਸ ਨੂੰ ਆਪਣੇ ਹਿਰਦੇ ਚ ਵਸਾਣਾ, ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ ਹੈ, ਤਾਂ ਕਿ ਗੁਰੂ ਦਾ ਉਪਦੇਸ਼ ਤੇਰੇ ਜੀਵਨ ਦੇ ਅੰਦਰ ਵਸ ਜਾਏ। ਗੁਰੂ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਪੌੜੀ ਪੂਰਬੀ ਦੇ ਵਿੱਚ ਜਿਹੜਾ ਸ਼ਬਦ ਉਚਾਰਨ ਕੀਤਾ ਹੈ, ਗੁਰੂ ਪਾਤਸ਼ਾਹ ਸਭ ਤੋਂ ਪਹਿਲੇ ਰਾਹੋਂ ਵਾਲੇ ਬੰਦ ਵਿੱਚ ਸਾਨੂੰ ਇਹ ਗੱਲ ਬਿਆਨ ਕਰਦੇ ਹਨ। ਕਹਿੰਦੇ हे ਮੇਰੇ ਮਨ, ਤੂੰ ਪ੍ਰਭੂ ਦੀ ਸ਼ਰਨ ਵਿੱਚ ਆ ਤੇ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਆਪਣੇ ਜੀਵਨ ਨੂੰ ਬਤੀਤ ਕਰ। ਮੇਰੇ ਮਨ ਸ਼ਰਨ ਪ੍ਰਭੂ ਸੁਖ ਪਾਏ। ਇਹ ਮੇਰੇ ਮਨ, ਸ਼ਰਨ ਪ੍ਰਭੂ, ਪ੍ਰਭੂ ਦੀ ਸ਼ਰਨ ਵਿੱਚ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਸਕੇ। ਜਾਂ ਦਿਨ ਵਿਸਰੈ ਪ੍ਰਾਣ ਸੁਖ ਦਾਤਾ, ਸੋ ਦਿਨ ਜਾਤ ਅਜਾਏ। ਜਿਵੇਂ ਸਾਡਾ ਕੋਈ ਮਿੱਤਰ ਹੋਵੇ ਤੇ ਉਹ ਰੋਜ਼ਾਨਾ ਮਿਲਦਾ ਹੋਵੇ, ਇੱਕ ਦਿਨ ਨਾ ਮਿਲੇ ਤੇ ਅਸੀਂ ਕੀ ਕਹਿੰਦੇ, ਯਾਰ ਤੂੰ ਅੱਜ ਮਿਲਿਆ ਨਹੀਂ, ਮੇਰਾ ਸਾਰਾ ਦਿਨ ਹੀ ਬੇਕਾਰ ਚਲਾ ਗਿਆ, ਮੇਰਾ ਸਾਰਾ ਦਿਨ ਹੀ ਵਿਅਰਥ ਚਲਾ ਗਿਆ, ਤੂੰ ਮਿਲਦਾ ਮੇਰਾ ਦਿਨ ਸਫਲਾ ਹੋ ਜਾਂਦਾ। ਤੇ ਗੁਰੂ ਅਰਜਨ ਪਾਤਸ਼ਾਹ ਇਹੀ ਗੱਲ ਸਮਝਾਉਂਦੇ, ਕਹਿੰਦੇ हे ਮੇਰੇ ਮਾਲਕ, ਜਿਸ ਦਿਨ ਮੇਰੇ ਹਿਰਦੇ ਚੋਂ ਤੇਰੀ ਯਾਦ ਵਿਸਰ ਜਾਂਦੀ ਹੈ, ਮੇਰਾ ਜੀਵਨ ਵਿਅਰਥ ਹੋ ਜਾਂਦਾ, ਮੇਰਾ ਸਮਾਂ ਵਿਅਰਥ ਹੋ ਜਾਂਦਾ। ਜਾਂ ਦਿਨ ਬਿਸਰੈ ਪ੍ਰਾਣ ਸੁਖ ਦਾਤਾ, ਇਹ ਮੇਰੇ ਪ੍ਰਾਣਾਂ ਨੂੰ ਸੁਖ ਦੇਣ ਵਾਲੇ ਪ੍ਰਭੂ, ਜਿਸ ਦਿਨ ਤੂੰ ਮੇਰੀ ਯਾਦ ਚੋਂ ਵਿਸਰ ਜਾਣਾ, ਮੇਰੀ ਜ਼ਿੰਦਗੀ ਦਾ ਸਮਾਂ ਅਜਾਈ ਚਲਾ ਜਾਂਦਾ। ਗੁਰੂ ਪਾਤਸ਼ਾਹ ਨੇ ਬਾਰ-ਬਾਰ ਬਾਣੀ 'ਚ ਇਹ ਗੱਲ ਸਮਝਾਈ ਹੈ, ਅੱਖਾਂ ਜੀਵਾਂ ਵਿਸਰੈ ਮਰ ਜਾਓ। ਕਹਿੰਦੇ ਜਿਸ ਵੇਲੇ ਮੈਨੂੰ ਪਰਮਾਤਮਾ ਤੇਰੀ ਯਾਦ ਮੇਰੇ ਹਿਰਦੇ 'ਚ ਰਹਿੰਦੀ ਹੈ, ਮੈਂ ਆਪਣੇ ਆਪ ਨੂੰ ਜਿਉਂਦਾ ਸਮਝਦਾ। ਪਰ ਜਿਸ ਦਿਨ ਤੇਰੀ ਯਾਦ ਮੇਰੇ ਹਿਰਦੇ 'ਚੋਂ, ਜਿਸ ਘੜੀ ਤੇਰੀ ਯਾਦ ਨਿਕਲ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਮੈਂ ਮਰਿਆਂ ਦੇ ਸਮਾਨ ਆ, ਮੇਰੀ ਆਤਮਿਕ ਮੌਤ ਹੋਈ ਹੁੰਦੀ ਹੈ, ਮੈਂ ਆਪਣੇ ਆਪ ਨੂੰ ਜਿਉਂਦਾ ਨਹੀਂ ਸਮਝਦਾ। ਗੁਰੂ ਪਾਤਸ਼ਾਹ ਨੇ ਸ਼ਬਦ ਦੇ ਦੂਜੇ ਬੰਦ ਦੇ ਵਿੱਚ ਇਹ ਗੱਲ ਬਿਆਨ ਕੀਤੀ ਹੈ। ਕਹਿੰਦੇ ਏਕ ਰਹਿਣ ਕੇ ਪਾਹੁਨ ਤੁਮ ਆਏ। ਇਹ ਬੰਦੇ ਤੂੰ ਸੱਚ ਜਾਣੀ, ਇਸ ਸੰਸਾਰ ਦੇ ਵਿੱਚ ਇੱਕ ਰਾਤ ਦਾ ਪ੍ਰਾਹੁਣਾ ਬਣ ਕੇ ਆਇਆ, ਇਸ ਤੋਂ ਉੱਪਰ ਕੁਛ ਨਹੀਂ। ਤੂੰ ਇਹ ਨਾ ਸੋਚੀ ਮੈਂ ਇਸ ਸੰਸਾਰ ਵਿੱਚ ਰਹਿਣ ਆਇਆ, ਮੇਰਾ ਬਹੁਤ ਜੀਵਨ ਹੈ, ਤੇਰੀ ਦੌੜ ਹੈ, ਇਹ ਦੌੜ ਕਿਸੇ ਸਮੇਂ ਵੀ ਖਤਮ ਹੋ ਸਕਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਏਕ ਰਹਿਣ ਕੇ ਪਾਹੁਨ ਤੁਮ ਆਏ, ਬਹੁਤ ਜੁਗ ਆਸ ਬੰਧਾਏ। ਤੇ ਆਸਾਂ ਤੇਰੀਆਂ ਇੰਨੀਆਂ ਵੱਡੀਆਂ ਨੇ, ਬਹੁਤ ਜੁਗਾਂ ਦੀਆਂ, ਨਾ ਖਤਮ ਹੋਣ ਵਾਲੀਆਂ। ਇੱਕ ਆਸ ਖਤਮ ਹੁੰਦੀ ਹੈ, ਦੂਜੀ ਸ਼ੁਰੂ ਹੋ ਜਾਂਦੀ ਹੈ। ਇੱਕ ਚੀਜ਼ ਦੀ ਡਿਮਾਂਡ ਕਰਦੇ ਆ, ਦੂਜੀ ਆ ਜਾਂਦੀ ਹੈ, ਦੂਜੀ ਖਤਮ ਹੁੰਦੀ ਹੈ, ਤੀਜੀ ਆ ਜਾਂਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਪ੍ਰਾਹੁਣਾ ਤੂੰ ਇੱਕ ਰਾਤ ਦਾ ਹੈ ਤੇ ਆਸਾਂ ਤੇਰੀਆਂ ਬਹੁਤ ਵੱਡੀਆਂ ਨੇ। ਏਕ ਰਹਿਣ ਕੇ ਪਾਹੁਨ ਤੁਮ ਆਏ, ਬਹੁ ਜੁਗ ਆਸ ਬੰਧਾਏ। ਗ੍ਰਹਿ ਮੰਦਰ ਸੰਪੈ ਜੋ ਦੀਸੈ, ਜਿਉ ਤਰਵਰ ਕੀ ਛਾਏ। ਕਹਿੰਦੇ ਗ੍ਰਹਿ ਮੰਦਰ, ਤੇ ਮਕਾਨ, ਬਾਣੀਆਂ, ਮਹਿਲ, ਸੰਪੇ, ਜਾਇਦਾਦ, ਜ਼ਮੀਨਾਂ, ਜੋ ਦਿਸੇ, ਜਿਹੜਾ ਕੁਝ ਵੀ ਤੈਨੂੰ ਦਿਖ ਰਿਹਾ, ਕਹਿੰਦੇ ਹੈ ਕਿਸ ਤਰ੍ਹਾਂ, ਜਿਉ ਤਰਵਰ ਕੀ ਛਾਏ। ਜਿਸ ਤਰ੍ਹਾਂ ਇੱਕ ਵ੍ਰਿਖ ਦੀ ਛਾਂ ਹੁੰਦੀ ਹੈ, ਉਹ ਬਹੁਤਾ ਚਿਰ ਨਹੀਂ ਰਹਿੰਦੀ, ਖਤਮ ਹੋ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਇਹ ਧਨ ਦੌਲਤ, ਸੰਪत्ति, ਜਾਇਦਾਦ, ਇਹ ਸਾਰਾ ਕੁਝ ਖਤਮ ਹੋਣ ਵਾਲਾ ਹੈ, ਨਾਸ਼ਵਾਨ ਹੈ। ਇਹਨੇ ਹਮੇਸ਼ਾ ਤੇਰੇ ਨਾਲ ਨਹੀਂ ਰਹਿਣਾ। ਰਹਿਣਾ ਕਿੰਨੇ ਹੈ? ਪਰਮਾਤਮਾ ਦੇ ਨਾਮ ਨੇ, ਉਸ ਨੂੰ ਆਪਣੇ ਹਿਰਦੇ ਅੰਦਰ ਵਸਾ। ਗੁਰੂ ਪਾਤਸ਼ਾਹ ਬਾਰ-ਬਾਰ ਐਗਜ਼ਾਮਪਲ ਦੇ ਕੇ ਬਾਣੀ ਵਿੱਚ ਇਹ ਗੱਲ ਬਿਆਨ ਕਰਦੇ ਹਨ। ਕਹਿੰਦੇ ਜੈਸੇ ਰਹਿਣ ਪਰੋਣੇ, ਉਚਲ ਸੀ ਪ੍ਰਭਾਤ,
क्या तू रता ग्रस्त स्यो सब फुल्लां की बागात। कहते जिस तरह घर दे विच मेहमान आंदा है, जैसे रहन परहोने, जिस तरह घर दे विच मेहमान आंदा है, एक रात रुकदा है, दो रात रुकदा है, इस तो बाद नहीं रुकदा, दो तीन रातां रुकन तो बाद वो की करदा है, जैसे रहन परहोने उठ चलसी प्रभात। सवेर हुंदी है, वो कहंदा हुण मैं अपने घर जाना है, हुण मैं अपने मंजिले मकसूद वाल जाना है। वो ब्रीफकेस पैक करदा है, अटैची पैक करदा है ते अपने मंजिले मकसूद वाल तुर पैंदा है। कहंदे इसे तरीके दे नाल गुरु पातशाह कहंदे तू इस संसार दे विच एक रात दा परौणा है, तू संसार दे विच वो रात व्यतीत करन आया है। रात तेरी 10 वर्ष दी भी हो सकदी है, रात तेरी 50 साल दी भी हो सकदी है, रात तेरी 100 साल दी भी हो सकदी है। कहंदे ओ रात तू व्यतीत करके इस संसार तो चले जाना है। क्या तू रता ग्रस्त स्यो, हे बंदे तू घर परिवार दे विच इन्ना खचत हो गया है। क्या तू रता ग्रस्त जिस्यो सब फुल्लां की बागात। तेनू ये गल नहीं समझ आ रही, ये तो एक फुल्लां दी वाड़ी है जो समा पैन ते खिड़नी है ते समा पैन ते खत्म हो जानी है। तू सच दी पहचान कर, तेनू सुख परमात्मा दे नाम चो मिलना है। बहुते धन पदार्थां तो सुखां दी प्राप्ति नहीं होनी, महल माड़ी तेनू सुख नहीं दे सकदे। गुरु पातशाह ने एक थां ते होर जिक्र किया। गुरु पातशाह बयान करदे, सुख नाही बहुते तन खाटे, सुख नाही पेखे नृत नाटे, सुख नाही बहु देश कमाए, सर्व सुखा हर हर गुण गाए। कहते सुख नाही बहुते धन खाटे, बहुत धन पदार्थ कमाने दे नाल सुखां दी प्राप्ति नहीं हो सकती। सुख नाही पेखे नृत नाटे, ना ही नाटक चेटक फिल्मां देखने दे नाल बंदा सोचे मैं बहुत इंजॉयमेंट कर ला, बहुत नाटक देख ला, बहुत हासा खिड़ियां कर ला, इन्हां नाल मैनू सुख मिल जाएगा। ये शॉर्ट टाइम सुख है, सदीवी सुख नहीं। गुरु पातशाह कहते सुख ना ही पेखे नृत नाटे, सुख ना ही बहु देश कमाए। कहते बंदा कहे मैं बहुत देश कमाया, बड़े देश कमा लेने, धन दौलतां इकट्ठियां कर लिया, मैनू सुखां की प्राप्ति हो जाएगी। गुरु पातशाह कहते नहीं, सर्व सुखा हर हर गुण गाए। कहते सुख कितों मिलना है, सर्व सुखा हर हर गुण गाए। उस परमात्मा दे गुण गाउण नाल तेनू सुखां दी प्राप्ति होनी है। तेरे जीवन च सहज आना है, तेरे जीवन च संतोख आना है। नहीं तो चेता रखना, सिकंदर वर्गा बादशाह जिहड़ा यूनान तो तुरिया ते उहदे मन दे विच एक सपना सी, मैं सारे संसार नू जित लैना है। ते इतिहासकार लिखदे ने बहुत हद तक उहदा यह सपना साकार भी होया, पर जिस वेले हिंदुस्तान की धरती तो वापस जान लग्या, कहते बीमार बहुत पै गया। अपने अहलकारां नू कोल बुलाया, अपने सेनापतियां नू बुलाया, वैदा हकीमां नू बुलाया। कह लगे मैं जिन्नी दौलत जित्ती है, जिन्ने पदार्थ जिते ने, मेरा सोना उट्टां दे उपर लदया है, मेरा चांदी घोड़ियां दे उपर लदया है, जिन्ने शिप दे उपर जहाजां दे उपर मैं दौलत जित के अपने देश ले जान लग्या, ये सारी दौलत मैं तुहानू दे देंगा। सिर्फ मैनू 10 दिन की जिंदगी बख्शिश कर दो, 10 दिन जिंदगी का समा मेरा वधा दो, मैं अपने देश यूनान पहुंच जावा, मैं अपनी मां नू मिल सका। वैदा ने जवाब देता, हकीमा ने जवाब देता, ते अंत उसने अपने सेनापतियों नू एक गल आखी, अहलकारां नू कहन लगा, फिर एक काम करना, जे तुसी मैनू 10 दिन की जिंदगी भी नहीं दे सकते, वैदो जे तुसी मेरी जिंदगी का समा एक दिन का भी नहीं वधा सकते, फिर अपने सेनापतियों नू कहन लगा, एक काम करना, जिस वेले मेरी मौत होवे, मेरा जनाजा बाजार दे विचों लैके लंघना, तां मेरे कफन दे विचों मेरे दोनों हाथ बाहर खाली करके कर देना, खुले हाथ कर देना। ते अहलकारां ने पूछा, सिकंदर बादशाह कारण की है? ते अगो सिकंदर कहन लगा, ताकि मैं दुनिया नू एक सच्चाई बयान कर सका, दुनिया नू एक सच समझा सका,
ਜਿਹੜਾ सिकंदर वर्गा बादशाह जिसने सारे देश जिते ने, इतनी धन दौलत कमाई है, इतना राज ऐश्वर्य इकट्ठा किया है, सिकंदर वर्गा बादशाह जिसले संसार तो गया ते खाली हथ गया, संसार तो कुछ भी लैके नहीं गया। लिखा किसी ने बड़ा शानदार, कहते सिकंदर के हौसले तो आली थे, मगर जब संसार से गया तो दोनों हाथ खाली थे। सच्चे पातशाह ने पानी च गल समझा दी, कहते माते मतंग जरे जर संग, अनूप उतंग सुरंग सवारे, कोट तुरंग तुरंग से कूदत, कौन के गौन को जात निवारे, भारी भुजान के भूप बलिविद, न्यावत शीश न जात बिचारे, इत्ते पै तो कहाँ पै भूपत, अंत को नागे ही पाए पता। कहते संसार दे विच आके राज करन वाले इस संसार तो खाली हथ चले गए। ते गुरु पातशाह ने एक गल समझाई, गुरु अर्जन देव पातशाह, कहते तू कहना है तन मेरा संपै सब मेरी, कहते ये तन मेरा, कहते तू मान करना ये तन मेरा है, संपै सब मेरी, ये तन दौलत संपत्ति सब मेरी है, बाग मिलक सब जाए, कहते कुछ भी तेरे नाल नहीं जाना, ये फुल्लां दी बागात है, इसने खत्म हो जाना है। मैं ना कर, तू कर। अपने जीवन के अंदर जिसले तू ले आएगा, निरंकार नाल जुड़ेगा, मैं ले आएगा अहंकार नाल जुड़ेगा। राजा शिवनाथ यही गल कहंदा सी ना, गुरु नानक पातशाह नूं जिसले ओहदे बाश गए, अब मेरा महल ले लो, अब मेरा बाग ले लो, अब मेरी धन ले लो, अब मेरी दौलत ले लो, ते गुरु नानक पातशाह कहंदे से राजन ये सब तेरा नहीं, मैनू कोई अपनी चीज समर्पण कर, मैनू कोई अपनी चीज दे। ते राजा शिवनाथ कहते सच्चे पातशाह मेरा घोड़ा ले लो, मेरी दौलत ले लो, मेरे नौकर चाकर ले लो। सच्चे पातशाह कहते नहीं राजा शिवनाथ, मैनू कोई अपनी चीज दे। ते गुरु नानक पातशाह कहने लगे, सच्चे पातशाह पूछता है, कहना सच्चे पातशाह की अर्पण करा। कहता राजन जिहड़ी तू मैं लाई हुई है ना, मेरा तन मेरा धन मेरी दौलत, कहते ये मैं मैनू समर्पण कर, ये मैं मैनू दे दे। ते राजा शिवनाथ कहता सच्चे पातशाह फिर मेरा मन ले लो। ते गुरु पातशाह कहते ये मन मैनू दे दे। ते जिस वेले मन समर्पण किया ते गुरु पातशाह नूं कहन लगा, सच्चे पातशाह हुण मैं घोड़ा बनांगा, तुसीं मेरे मोढियां दे उपर बैठो, मोढियां उपर बैठ के मेरे महलां दे विच। ते गुरु नानक साहब ने एक गल समझाई सी, राजन हुण तेरा मन निमरता दे विच आ गया, हुण इहनूं कुछ करन दी लोड़ नहीं। सच्चे पातशाह ने राजा शिवनाथ नूं ਉਹ ਲੰਕਾ ਦੇ ਵਿੱਚ ਮਟੀਆ ਕਲਾਮ ਦੇ ਵਿੱਚ ਉੱਥੇ ਦਾ ਪ੍ਰਚਾਰਕ ਥਾਪਿਆ ਸੀ, ਕਿਉਂਕਿ ਮਨ ਗੁਰੂ ਨੂੰ ਸਮਰਪਣ ਕਰਤਾ ਸੀ। ਤੇ ਗੁਰੂ ਪਾਤਸ਼ਾਹ ਕਹਿੰਦੇ ਤੂੰ ਕਹਿੰਦਾ ਨਾ ਤਨ ਮੇਰਾ ਸੰਪੇ ਸਭ ਮੇਰੀ, ਇਹ ਤਨ ਮੇਰਾ, ਇਹ ਤਨ ਦੌਲਤ ਮੇਰੀ ਹੈ, ਬਾਗ ਮਿਲਕ ਸਭ ਜਾਏ। ਕਹਿੰਦੇ ਇਸ ਕੁਛ ਸਾਥ ਨਹੀਂ ਜਾਣਾ, ਇਹ ਫੁੱਲਾਂ ਦੀ ਬਾਗਾਤ ਹੈ, ਇਹਨੇ ਖਤਮ ਹੋ ਜਾਣਾ ਹੈ। ਕਹਿੰਦਾ ਹੋਇਆ ਕੀ, ਇਹਨੂੰ ਦੇਖ ਕੇ ਹੋਇਆ ਕੀ ਹੈ, देवनहारा विसर्यो ठाकुर, जिसने सारी दौलत दी है, जिसने धन पदार्थ दिते ने, धियां पुत्र महल माणियां नौकर चाकर कार कोठियां, ये बख्शिश कीतियां ने। कहते होया की है, इन सब पदार्थां नूं देख के तू उस मालक नूं भुल गया। देवनहारा विसर्यो ठाकुर, खिन में होत पराए। कहते सारा कुछ एक खिन दे विच पराया हो जाना है, चेता रखी किसी ने तेरा साथ नहीं देना। ते गुरु पातशाह कहते पहरे बागा कर इशनाना, जो आ चंदन लाए। कितनी खूबसूरत बात गुरु अर्जन पातशाह ने शब्द विच बयान की है। कहते पहरे बागा कर इशनाना, कहते इशनान करता है, नहा धो के आना, चिट्टे वस्त्र पहनना, बड़े सुंदर वस्त्र पहनना, पहरे बागा बड़े सुंदर वस्त्र पहनना। अपन नहाने ना, नहाने तो बाद आके तैयार होने, दस्तार सजाने, पैंट शर्ट पाने, कुर्ता पजामा पाने, सूट पाने, फिर की करने, शीशे के सामने खड़ के चोआ चंदन लाए। गुरु पातशाह बयान कर रहे हैं, कह रहे कई तरह के परफ्यूम्स लाना, डिओ लाना, परफ्यूम्स अपनी बॉडी के ऊपर लाना, चोआ चंदन लाए। कहते निरपो निरंकार नहीं चीनिया,
ਜੋ ਹਸਤੀ ਨਾ ਵਾਏ। ਕਹਿੰਦੇ ਜੇ ਤੈਨੂੰ ਨਿਰਭਉ ਨਿਰੰਕਾਰ ਨਹੀਂ ਚਿੰਨਿਆ, ਜੇ ਪ੍ਰਮਾਤਮਾ ਤੇਰੇ ਤੇ ਖੁਸ਼ ਨਹੀਂ ਹੋਇਆ ਤੇ ਸਾਰਾ ਕੁਝ ਇੰਜ ਹੈ ਜਿਉਂ ਇੱਕ ਹਾਥੀ ਨੂੰ ਇਸ਼ਨਾਨ ਕਰਾ ਲਈਏ ਤੇ ਹਾਥੀ ਇਸ਼ਨਾਨ ਕਰਨ ਤੋਂ ਬਾਅਦ ਆਪਣੀ ਸੁੱਟ ਦੇ ਨਾਲ ਹੀ ਆਪਣੇ ਸਰੀਰ ਦੇ ਉੱਪਰ ਰੇਤਾ ਸੁੱਟ ਕੇ ਪਾ ਲੈਂਦਾ ਹੈ, ਮਿੱਟੀ ਸੁੱਟ ਕੇ ਪਾ ਲੈਂਦਾ ਹੈ। ਕਹਿੰਦੇ ਬੰਦਿਆ, ਇਸ ਤੋਂ ਵੱਧ ਕੁਝ ਹੋਰ ਨਹੀਂ। ਪਹਿਰੇ ਬਾਗਾ ਕਰ ਇਸ਼ਨਾਨਾ, ਚੋਆ ਚੰਦਨ ਲਾਏ, ਨਿਰਭਉ ਨਿਰੰਕਾਰ ਨਹੀਂ ਚਿੰਨਿਆ, ਜੋ ਹਸਤੀ ਨਾ ਵਾਏ। ਗੁਰੂ ਪਾਤਸ਼ਾਹ ਅਗਲੀ ਗੱਲ ਬਿਆਨ ਕਰਦੇ, ਕਹਿੰਦੇ ਜੋ ਹੋਏ ਕਿਰਪਾਲ ਤਾਂ ਸਤਿਗੁਰ ਮੇਲੇ। ਕਹਿੰਦੇ ਜੇ ਗੁਰੂ ਤੇਰੇ ਤੇ ਦਿਆਲ ਹੋ ਜਾਏ, ਗੁਰੂ ਤੇਰੇ ਤੇ ਬਖਸ਼ਿਸ਼ ਕਰ ਦੇ, ਗੁਰੂ ਰਹਿਮਤ ਦੇ ਘਰ ਵਿੱਚ ਆ ਜਾਏ, ਤੂੰ ਗੁਰੂ ਦੀ ਸ਼ਰਨ ਦੇ ਵਿੱਚ ਡਿੱਗ ਪਏ ਤੇ ਗੁਰੂ ਅੱਗੇ ਅਰਦਾਸ ਕਰੇ, ਤਰਲਾ ਕਰੇ, ਜੋਦੜੀ ਕਰੇ, ਫਿਰ ਗੁਰੂ ਕੀ ਕਰਦਾ ਹੈ? ਜੋ ਹੋਏ ਕਿਰਪਾਲ ਤਾਂ ਸਤਿਗੁਰ ਮੇਲੇ, ਸਭ ਸੁਖ ਹਰ ਕੇ ਨਾਏ। ਜੇ ਗੁਰੂ ਤੇਰੇ ਤੇ ਮਿਹਰਬਾਨ ਹੋ ਜਾਏ, ਗੁਰੂ ਤੇਰੇ ਤੇ ਦਿਆਲ ਹੋ ਜਾਏ, ਗੁਰੂ ਬਖਸ਼ਿਸ਼ਾਂ ਦੇ ਘਰ ਦੇ ਵਿੱਚ ਆ ਜਾਏ, ਫਿਰ ਕੀ ਹੁੰਦਾ? ਫਿਰ ਗੁਰੂ ਪ੍ਰਭੂ ਨਾਲ ਮਿਲਾ ਦਿੰਦਾ ਹੈ, ਤੇਰਾ ਮਿਲਾਪ ਕਰਾ ਦਿੰਦਾ ਹੈ ਤੇ ਸਾਰੇ ਸੁੱਖ ਤੇਰੀ ਝੋਲੀ ਦੇ ਵਿੱਚ ਪਾ ਦਿੰਦਾ ਹੈ। ਤੇਰੀ ਚਿੰਤਾ ਫਿਕਰ ਚੋਰੇ ਸਭ ਖਤਮ ਕਰ ਦਿੰਦਾ ਹੈ। ਤੇ ਗੁਰੂ ਪਾਤਸ਼ਾਹ ਨੇ ਇਸ ਚੀਜ਼ ਦਾ ਸਾਨੂੰ ਬਾਰ-ਬਾਰ ਸਮਝਾਣਾ ਕੀਤਾ ਬਾਣੀ ਵਿੱਚ। ਕਹਿੰਦੇ ਦੇਖ, ਅਬਨਾਸੀ ਖੇਮ ਚਾਹੇ ਜੇ ਨਾਨਕ। ਕਹਿੰਦੇ ਤੂੰ ਸੋਚ ਲੈ, ਡਿਸੀਜਨ ਤੇਰੇ ਹੱਥ ਵਿੱਚ ਹੈ। ਤੂੰ ਇੱਕ ਦਿਨ ਦਾ ਸੁੱਖ ਚਾਹੁੰਦਾ ਕਿ ਹਮੇਸ਼ਾ ਦਾ ਸੁੱਖ ਚਾਹੁੰਦਾ? ਕਹਿੰਦੇ ਜੇ ਹਮੇਸ਼ਾ ਦਾ ਸੁੱਖ ਚਾਹੁੰਦਾ ਤੇ ਇਹ ਫਾਰਮੂਲਾ ਆਪਣੀ ਜ਼ਿੰਦਗੀ ਦੇ ਵਿੱਚ ਅਡਾਪਟ ਕਰ ਲੈ। ਅਬਨਾਸੀ ਖੇਮ, ਕਦੀ ਨਾ ਨਾਸ਼ ਹੋਣ ਵਾਲੀ ਖੇਮ, ਖੇੜਾ, ਆਨੰਦ, ਸਹਿਜ। ਅਬਨਾਸੀ ਖੇਮ ਚਾਹੇ ਜੇ ਨਾਨਕ, ਤਾਂ ਕੀ ਕਰ? ਸਦਾ ਸਿਮਰ ਨਾਰਾਇਣ। ਹਮੇਸ਼ਾ ਹੀ ਉਸ ਪਰਮਾਤਮਾ ਨੂੰ ਸਿਮਰ, ਉਸ ਪਰਮਾਤਮਾ ਨੂੰ ਚੇਤੇ ਕਰ। ਗੁਰੂ ਪਾਤਸ਼ਾਹ ਆਖਰੀ ਬੰਦ ਵਿੱਚ ਬਿਆਨ ਕਰ ਰਹੇ ਹਨ, ਮੁਕਤ ਪਿਆ ਬੰਧਨ ਗੁਰ ਖੋਲੇ। ਕਹਿੰਦੇ ਪਰਮਾਤਮਾ ਗੁਰੂ ਫਿਰ ਬੰਧਨਾਂ ਤੋਂ ਮੁਕਤ ਕਰ ਦਿੰਦਾ। ਕਿਹੜੇ ਬੰਧਨ ਨੇ? ਮਾਇਆ ਦੇ ਬੰਧਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਉਸਤਤ, ਬਖੀਲੀ, ਇਹ ਬੰਧਨ ਨੇ। ਪਲ ਪਲ ਤੇ ਨਿੰਦਿਆ ਕਰਦੇ ਆ, ਪਲ ਪਲ ਤੇ ਚੁਗਲੀ ਕਰਦੇ ਆ। ਕਹਿੰਦੇ ਇਸ ਤੋਂ ਮੁਕਤ ਕਰ ਦਿੰਦਾ। ਮੁਕਤ ਪਿਆ ਬੰਧਨ ਗੁਰ ਖੋਲੇ, ਇਹ ਤਾਕਤ ਗੁਰੂ ਦੇ ਅੰਦਰ ਹੈ, ਬੰਧਨ ਖੋਲਣ ਦੀ, ਬੰਧਨ ਕੱਟਣ ਦੀ। ਜਨ ਨਾਨਕ ਹਰ ਗੁਣ ਗਾਏ। ਪਰ ਹੁੰਦਾ ਕਦ ਹੈ? ਜਿਸ ਵੇਲੇ ਮਨੁੱਖ ਉਸ ਪਰਮਾਤਮਾ ਦੇ ਗੁਣ ਗਾਇਨ ਕਰਦਾ। ਤੇ ਗੁਰੂ ਪਾਤਸ਼ਾਹ ਸਾਨੂੰ ਸਮਝਾਣਾ ਕਰਦੇ ਹਨ, ਕਹਿੰਦੇ ਜੇ ਲੋੜੇ ਸਦਾ ਸੁਖ ਭਾਈ। ਕਹਿੰਦੇ ਜੇ ਸਦਾ ਸੁਖ ਚਾਹੁੰਦਾ ਤਾਂ ਕੀ ਕਰ? ਹਮੇਸ਼ਾ ਚੇਤੇ ਰੱਖੀ, ਸਾਧੂ ਸੰਗਤ ਗੁਰੇ ਬਤਾਈ। ਕਹਿੰਦੇ ਤੂੰ ਸਤ ਸੰਗਤ ਦੇ ਵਿੱਚ ਆ, ਸਤ ਦੀ ਸੰਗਤ ਕਰ, ਸਤ ਨੂੰ ਆਪਣੇ ਜੀਵਨ ਦੇ ਅੰਦਰ ਅਪਣਾ। ਜਿਸ ਵੇਲੇ ਸੱਚ ਨੂੰ ਅਪਣਾ ਲੇਗਾ, ਤੇਰਾ ਜੀਵਨ ਹਮੇਸ਼ਾ ਹੀ ਖੇੜੇ 'ਚ ਰਹੇਗਾ, ਹਮੇਸ਼ਾ ਹੀ ਆਨੰਦ ਵਿੱਚ ਰਹੇਗਾ। ਇਹੀ ਗੱਲ ਗੁਰੂ ਪਾਤਸ਼ਾਹ ਨੇ ਇਸ ਗੌੜੀ ਪੂਰਬੀ ਰਾਗ ਦੇ ਅੰਦਰ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੰਨਾ ਨੰਬਰ 212 ਉੱਪਰ ਸ਼ਾਇਮਾਨ ਹੈ, ਗੁਰੂ ਪਾਤਸ਼ਾਹ ਨੇ ਬਿਆਨ ਕੀਤੀ ਹੈ। ਆਓ ਅਸੀਂ ਸਾਰੇ ਯਤਨ ਕਰੀਏ, ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ, ਗੁਰੂ ਦੇ ਹੁਕਮ ਨੂੰ ਮੰਨ ਕੇ ਬਤੀਤ ਕਰੀਏ, ਤਾਂ ਕਿ ਸਾਡਾ ਇਹ ਜੀਵਨ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀਆਂ ਦਾਤਾਂ ਅਸੀਂ ਪ੍ਰਾਪਤ ਕਰ ਸਕੀਏ। ਬਹੁਤ ਬਹੁਤ ਧੰਨਵਾਦ ਹੈ ਇਕਬਾਣੀ ਚੈਨਲ ਵਾਲਿਆਂ ਦਾ, ਜਿਨ੍ਹਾਂ ਨੇ ਗੁਰੂ ਦਾ ਸੰਦੇਸ਼ ਲੋਕਾਂ ਨੂੰ ਘਰ ਬੈਠੇ ਬੈਠੇ ਗੁਰੂ ਦੀਆਂ ਬਾਤਾਂ, ਗੁਰੂ ਦੇ ਸਿਧਾਂਤ ਪਹੁੰਚਾ ਰਹੇ ਹਨ। ਆਓ ਸਤਿਗੁਰੂ ਪਾਤਸ਼ਾਹ ਅੱਗੇ ਅਰਦਾਸ ਕਰੀਏ, ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ ਜੀ। ਸਮਾਂ ਸਮਾਪਤ ਹੈ। ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ